ਸਤਿ ਸ਼੍ਰੀ ਅਕਾਲ ਜੀ। ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਘਾ ਸਵਾਗਤ ਕਰਦੀ ਹਾਂ। ਸੋ ਖਬਰਾਂ ਸ਼ੁਰੂਆਤ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ। ਆਪਰੇਸ਼ਨ ਸਿੰਦੂਰ ਤੇ 에ਅਰ ਚੀਫ ਮਾਰਸ਼ਲ AP ਸਿੰਘ ਦਾ ਵੱਡਾ ਖੁਲਾਸਾ। S-400 ਨੇ 5 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡਿੱਗਿਆ। ਸੁਖਪਾਲ ਸਿੰਘ ਖਹਿਰਾ ਦਾ PSO ਗ੍ਰਿਫਤਾਰ। ਹਰਪਾਲ ਸਿੰਘ ਚੀਮਾ ਨੇ ਕੀਤਾ ਵੱਡਾ ਦਾਅਵਾ, ਕਿਹਾ ਭਗੌੜੇ ਦੀਆਂ ਫੋਨ ਕਾਲਸ ਵਿੱਚ ਕੀਤੀ ਮਦਦ। ਆਪਣੇ PSO ਜੋਗਾ ਸਿੰਘ ਦੇ ਹੱਕ ਵਿੱਚ ਆਏ ਸੁਖਪਾਲ ਸਿੰਘ ਖਹਿਰਾ, ਕਿਹਾ ਮੈਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ਼ ਸਿਰਫ 2 ਸਾਲ ਪਹਿਲਾਂ ਆਇਆ ਨਾ। ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ। ਅਮਰੀਕਾ ਵਿੱਚ ਬੱਚਿਆਂ ਲਈ ਗ੍ਰੀਨ ਕਾਰਡ ਦੇ ਬਦਲੇ ਨਿਯਮ, ਭਾਰਤੀਆਂ ਤੇ ਪਵੇਗਾ ਦੁਰਗਾਮੀ ਅਸਰ। ਹੁਣ ਖਬਰਾਂ ਵਿਸਥਾਰ ਦੇ ਨਾਲ। ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ AP ਸਿੰਘ ਨੇ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੂੰ ਹੋਏ ਨੁਕਸਾਨ ਤੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਹਵਾ ਵਿੱਚ ਮਾਰ ਕਰਨ ਵਾਲੇ ਮਿਜ਼ਾਈਲ ਸਿਸਟਮ ਨੇ ਪਾਕਿਸਤਾਨ ਦੇ 5 ਲੜਾਕੂ ਜਹਾਜ਼ਾਂ ਅਤੇ ਇੱਕ ਵੱਡੇ ਜਹਾਜ਼ ਨੂੰ ਸੁੱਟ ਦਿੱਤਾ ਸੀ। ਭਾਰਤੀ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ AP ਸਿੰਘ ਨੇ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਆਪਰੇਸ਼ਨ ਵਿੱਚ ਪਾਕਿਸਤਾਨ ਦੇ 5 ਲੜਾਕੂ ਜਹਾਜ਼ ਤਬਾਹ ਕਰ ਦਿੱਤੇ ਗਏ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਜਹਾਜ਼ ਵੀ ਤਬਾਹ ਕੀਤਾ ਗਿਆ ਸੀ। ਉਹਨਾਂ ਨੇ ਇਸ ਦਾ ਸਿਹਰਾ ਡਿਫੈਂਸ ਸਿਸਟਮ ਦੇ S-400 ਨੂੰ ਦਿੱਤਾ। ਜਿਸ ਵੱਡੇ ਜਹਾਜ਼ ਨੂੰ ਡਿੱਗਿਆ ਗਿਆ ਸੀ ਉਸ ਨੂੰ ਬਿਗ ਬਰਡ ਯਾਨੀ 에ਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ AWACS ਕਿਹਾ ਗਿਆ ਹੈ, ਜੋ ਕਿ ਪਾਕਿਸਤਾਨ ਦੀ ਨਿਗਰਾਨੀ ਅਤੇ ਕਮਾਂਡ ਸਮਰੱਥਾ ਦਾ ਇੱਕ ਮਹੱਤਵਪੂਰਨ ਹਿੱਸਾ ਸੀ। 에ਅਰ ਚੀਫ ਮਾਰਸ਼ਲ ਨੇ ਇਹਨਾਂ ਹਵਾਈ ਹਮਲਿਆਂ ਦਾ ਸਿਹਰਾ ਰੂਸ 'ਚ ਬਣੇ S-400 ਹਵਾਈ ਰੱਖਿਆ ਪ੍ਰਣਾਲੀ ਨੂੰ ਦਿੱਤਾ, ਜਿਸ ਨੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। I can say that it was, more of high-tech war which was fought. In about 88-90 hours of war, we were able to achieve, so much of damage to their system that it was very clear in their mind that in this current situation, if they continue, they are going to continue paying for it more and more. So they have come forward and sent a message again through DGMO कि हम बात करना चाहते हैं, and which was accepted from our side. And when I say our side, is not just the Air Force, it's the joint decision that was taken, and it was taken even at the highest level. Why was that accepted? There have been a lot of debates which are going on. ਬੈਂਗਲੁਰੂ ਵਿੱਚ 에ਅਰ ਮਾਰਸ਼ਲ ਕਤਰੇ ਸਾਲਾਨਾ ਭਾਸ਼ਣ ਵਿੱਚ ਬੋਲਦਿਆਂ 에ਅਰ ਚੀਫ ਮਾਰਸ਼ਲ AP ਸਿੰਘ ਨੇ ਕਿਹਾ ਕਿ ਬਵਾਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਸੈਟੇਲਾਈਟ ਤਸਵੀਰਾਂ ਸਪਸ਼ਟ ਤੌਰ ਤੇ ਦਰਸਾਉਂਦੀਆਂ ਹਨ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਪਹੁੰਚਿਆ। ਸਾਨੂੰ ਸਥਾਨਕ ਮੀਡੀਆ ਤੋਂ ਵੀ ਅੰਦਰ ਦੀਆਂ ਤਸਵੀਰਾਂ ਮਿਲੀਆਂ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਿੱਜੀ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ। ਇਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਹੈ ਕਿ ਜੋਗਾ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਅਤੇ ਇਸ ਮਾਮਲੇ ਵਿੱਚ ਦੋਸ਼ੀ ਗੁਰਦੇਵ ਸਿੰਘ ਅਤੇ ਉਸ ਦੀ UK ਸਥਿਤ ਭੈਣ ਚਰਨਜੀਤ ਕੌਰ ਵਿਚਕਾਰ ਗੱਲਬਾਤ ਵਿੱਚ ਮੁੱਖ ਭੂਮਿਕਾ ਨਿਭਾਈ। ਇੱਕ ਇੰਪੋਰਟੈਂਟ ਕੇਸ ਜਿਹੜਾ ਹੁਣੀ ਅਸੀਂ ਇੱਕ ਵਿਅਕਤੀ ਫੜਿਆ ਗਿਆ, ਉਸ ਵਿਅਕਤੀ ਜੋਗਾ ਸਿੰਘ ਨਾਂ ਦਾ ਵਿਅਕਤੀ ਇੱਕ ਜਿਹੜਾ ਕਿ ਕਾਫੀ ਲੰਬੇ ਅਰਸੇ ਤੋਂ 2023 ਤੋਂ ਅਕਤੂਬਰ 2023 ਤੋਂ ਲਗਾਤਾਰ ਉਹ ਫਸਟ ਟਾਈਮ ਉਹਨੂੰ ਅਸੀਂ ਇਸ ਕੇਸ 'ਚ 28/9/2023 ਨੂੰ ਉਹਨੂੰ ਪੁਲਿਸ ਨੇ ਬਤੌਰ ਦੋਸ਼ੀ ਜਿਹੜਾ ਮੁਕੱਦਮੇ 'ਚ ਨੋਮੀਨੇਟ ਕੀਤਾ ਸੀ, ਔਰ ਉਸ ਤੋਂ ਬਾਅਦ ਉਹਨਾਂ ਦੀ ਫਾਜ਼ਿਲਕਾ ਦੀ ਕੋਰਟ ਨੇ, ਆਨਰੇਬਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਾਜ਼ਿਲਕਾ ਨੇ ਅਕਤੂਬਰ 2023 'ਚ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ, ਔਰ ਉਸ ਤੋਂ ਬਾਅਦ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਵੀ ਜਿਹੜੀ ਆ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ। LOC ਜਿਹੜੀ ਸੀ ਉਹ ਜਾਰੀ ਹੋਈ ਸੀਗੀ ਤਾਂ ਕਿ ਉਹ ਵਿਦੇਸ਼ ਨਾ ਭੱਜੇ। ਮੈਂ ਇਸ ਕੇਸ ਦੇ ਥੋੜਾ ਪਿਛੋਕੜ ਜਾਣਾ ਚਾਹੂੰਗਾ ਕਿ ਗੁਰਦੇਵ ਸਿੰਘ ਦੇਬੀ ਨਾਂ ਦਾ ਇੱਕ ਐਕਸ ਚੇਅਰਮੈਨ ਢਿਲਵਾਂ, ਜਿਹੜਾ ਕਿ ਭੁਲੱਥ ਹਲਕੇ ਚ ਆਉਂਦਾ ਹੈਗਾ, ਜਿੱਥੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜਿੱਤ ਕੇ ਆਉਂਦੇ ਨੇਗੇ, ਉਸ ਹਲਕੇ ਦਾ ਇੱਕ ਚੇਅਰਮੈਨ ਗੁਰਦੇਵ ਸਿੰਘ ਦੇਬੀ, ਜਿਹਦੇ ਕੋਲੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕਟ, ਇੱਕ ਭਾਰਤ ਦਾ ਬਣਿਆ ਹੋਇਆ ਦੇਸੀ ਪਿਸਤੌਲ, 2 ਪਾਕਿਸਤਾਨ ਦੇ ਸਿਮ, ਇੱਕ ਟਾਟਾ ਸਫਾਰੀ ਗੱਡੀ ਜਿਹੜੀ ਆ ਉਸ ਸਮੇਂ ਬਰਾਮਦ ਹੋਈ ਸੀ 2014 ਦੇ ਵਿੱਚ ਬਰਾਮਦ ਹੋਈ। ਉਹਦੇ ਵਿੱਚੋਂ ਕਾਫੀ ਸਾਰੇ ਦੋਸ਼ੀ ਜਿਹੜੇ ਨੇਗੇ ਉਹਨਾਂ ਨੂੰ ਸਜ਼ਾ ਹੋ ਗਈ, ਔਰ ਬਹੁਤ ਸਾਰੇ ਜਿਹੜੇ 3-4 ਦੋਸ਼ੀ ਸੀ ਜਿਹੜੇ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਹੋ ਗਏ। ਔਰ ਜਦੋਂ ਉਹ ਗੁਰਦੇਵ ਸਿੰਘ ਦੇਬੀ ਐਬਸਕੌਂਡਡ ਸੀਗਾ, ਜਦੋਂ ਗੁਰਦੇਵ ਸਿੰਘ ਦੇਬੀ ਡਿਊਰਿੰਗ ਦੀ ਇਨਵੈਸਟੀਗੇਸ਼ਨ, ਕਿਉਂਕਿ ਮੌਕੇ ਤੋਂ ਨਹੀਂ ਫੜਿਆ ਗਿਆ ਸੀ, ਉਹ ਮੌਕੇ ਤੋਂ ਆਪਣੀ ਗੱਡੀ ਲੈ ਕੇ ਭੱਜ ਗਿਆ ਸੀਗਾ ਔਰ ਪੁਲਿਸ ਨੂੰ ਪਿੱਛਾ ਕਰਦੀ ਸੀ, ਥੋੜੇ ਦਿਨਾਂ ਬਾਅਦ ਫੜਿਆ ਗਿਆ ਸੀਗਾ। ਤਾਂ ਉਸ ਸਮੇਂ ਦੌਰਾਨ ਜਦੋਂ ਉਹ ਭਗੌੜਾ ਰਿਹਾ, ਉਸ ਸਮੇਂ ਦੇ ਦੌਰਾਨ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ
ਨੇ ਬਹੁਤ ਸਾਰੀਆਂ ਕਾਲਸ ਉਹਨਾਂ ਦੀ ਸਿਸਟਰ ਜਿਹੜੀ ਕਿ ਯੂਕੇ ਦੀ ਰੈਜ਼ੀਡੈਂਟ ਆ ਚਰਨਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਸੀ ਔਰ ਉਸੇ ਸਮੇਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਜਿਹੜੇ ਗਨਮੈਨ ਸੀ ਜੋਗਾ ਸਿੰਘ ਇਹਨਾਂ ਦੇ ਮੋਬਾਈਲ ਤੋਂ ਗੱਲਬਾਤ ਕਰਦੇ ਸੀ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਰਹੇ ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ। ਸੋ ਇਸ ਤੋਂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਵੀ ਸਾਹਮਣੇ ਆ ਚੁੱਕਿਆ ਹੈ। ਸੋ ਖਹਿਰਾ ਨੇ ਜੋਗਾ ਸਿੰਘ ਦੀ ਹਿਮਾਇਤ ਕਰਦੇ ਹੋਏ ਉਸ ਨੂੰ ਬੇਕਸੂਰ ਦੱਸਿਆ। ਉਹਨਾਂ ਕਿਹਾ ਹੈ ਕਿ ਆਪ ਲੀਡਰਾਂ ਵੱਲੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਮਾਨ ਵੀ ਉਸ ਸਮੇਂ ਮੇਰੀ ਹਿਮਾਇਤ ਕਰ ਰਹੇ ਸਨ। ਕਿਸੇ ਡਰੱਗ ਕੇਸ ਵਿੱਚ ਨਾਮਜ਼ਦ ਹੋ ਗਿਆ FIR ਵਿੱਚ, ਤਾਂ ਉਹਨੇ ਮੈਨੂੰ ਕਾਲਾਂ ਸ਼ੁਰੂ ਕਰ ਦਿੱਤੀਆਂ ਕਾਲ ਕਰਨੇ। ਗੁਰਦੇਵ ਸਿੰਘ ਮੇਰੀ ਕਨਸਟੀਟੂਐਂਸੀ ਦਾ ਰਹਿਣ ਵਾਲਾ, ਲਖਣ ਕੇ ਪੱਡੇ ਦਾ ਸਰਪੰਚ ਸੀਗਾ, ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ ਰਿਹਾ ਸੀਗਾ, ਔਰ ਤੋਂ ਭਗੌੜਾ ਜੋਗਾ ਸਿੰਘ। ਇਹ ਸਰਾਸਰ ਗਲਤ ਹੈ। ਇਹ ਜੋਗਾ ਸਿੰਘ ਨੂੰ ਉਦਣ ਨਾਮਜ਼ਦ ਕੀਤਾ ਜਿੱਦਣ 28 ਸਤੰਬਰ 2023 ਨੂੰ ਮੈਨੂੰ ਚੰਡੀਗੜ੍ਹ ਦੇ ਘਰੋਂ ਮੈਨੂੰ ਅਰੈਸਟ ਕੀਤਾ ਇਸ ਝੂਠੇ ਕੇਸ ਵਿੱਚ। ਉਦਣ ਪਹਿਲੀ ਵਾਰੀ ਨਾਮਜ਼ਦ ਹੋਇਆ ਜੋਗਾ ਸਿੰਘ, ਔਰ ਜੋਗਾ ਸਿੰਘ ਹੁਣ ਪਿਛਲੇ 8-9 ਸਾਲ ਤੋਂ ਮੇਰੇ ਨਾਲ ਡਿਊਟੀ ਨਹੀਂ ਕਰ ਰਿਹਾ ਸੀਗਾ। ਹੈੱਡ ਕਾਂਸਟੇਬਲ ਜੋਗਾ ਸਿੰਘ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਪਿੰਡ ਵਿੱਚ ਰਹਿ ਰਿਹਾ ਸੀਗਾ, ਔਰ ਉਸ ਨੂੰ ਉਹਦਾ ਬੇਟਾ ਕੋ ਆਸਟ੍ਰੇਲੀਆ ਰਹਿੰਦਾ ਸੀ। ਉਹਨਾਂ ਨੇ ਇਹਨੂੰ ਕੋਈ ਵੀਜ਼ਾ ਭੇਜਿਆ ਤੇ ਕਿਹਾ ਮੇਰੇ ਕੋਲ ਆਣ ਕੇ ਛੁੱਟੀ ਕਰ ਜਾਓ। ਇਹ ਇੰਨਾ ਕੁ ਆਈ ਵੁੱਡ ਸੇ ਕਿ ਸਧਾਰਨ ਵਿਅਕਤੀ ਹੋਊਗਾ ਨਾ, ਜਿਹਨੂੰ ਪਤਾ ਕਿ NDPS ਵਿੱਚ ਮੇਰੇ ਤੇ FIR ਦਰਜ ਹੋਈ ਹੈ। ਉਹ ਤੇ ਉਹਦੀ ਧਰਮ ਪਤਨੀ ਦਿੱਲੀ ਦੇ 에ਅਰਪੋਰਟ ਤੇ ਆਸਟ੍ਰੇਲੀਆ ਦੀ ਫਲਾਈਟ ਲੈਣ ਚਲੇ ਗਏ, ਔਰ ਸ਼ਾਇਦ ਗਏ ਵੀ ਵੀਲ ਚੇਅਰ ਤੇ, ਜੋ ਮੈਨੂੰ ਪਤਾ ਲੱਗਿਆ ਵਾ ਵੀਲ ਚੇਅਰ ਤੇ, ਕਿਉਂਕਿ ਉਹ ਥੋੜਾ ਏਜ ਰਿਲੇਟਡ ਵੀ ਆ ਔਰ ਉਹਦੇ ਮਤਲਬ ਸਿਹਤ ਵਗੈਰਾ ਠੀਕ ਨਹੀਂ ਸੀਗੀ। ਤੇ ਹੁਣ ਉਹਨੂੰ ਐ ਸ਼ੋਅ ਕੀਤਾ ਜਾ ਰਿਹਾ ਕਿ ਜਿਵੇਂ ਬਹੁਤ ਵੱਡਾ ਡਾਕੂ ਕਾਬੂ। ਇਸ ਜੋਗਾ ਸਿੰਘ ਦਾ ਕਸੂਰ ਸਿਰਫ ਕਾਲ ਰਿਕਾਰਡਸ ਦੇ ਆਧਾਰਿਤ ਇਹਨੂੰ ਨਾਮਜ਼ਦ ਕੀਤਾ, ਇਹਦਾ ਕੋਈ ਕਸੂਰ ਨਹੀਂ ਉਸ ਕੇਸ ਵਿੱਚ, ਮੈਂ ਕਹਿ ਰਿਹਾ ਵਾਂ। ਔਰ ਜਿਵੇਂ ਕਿ ਮੇਰਾ ਵੀ ਜਿਹੜਾ ਕੇਸ ਹੈ ਉਹਦੇ ਤਾਂ ਭਗਵੰਤ ਮਾਨ ਆਪ ਗਵਾਹੀ ਦਿੰਦਾ ਰਿਹਾ ਵਾ। ਭਗਵੰਤ ਸਿੰਘ ਮਾਨ ਜਦੋਂ ਆਪੋਜੀਸ਼ਨ ਸੀ 2017 ਚ, 15 ਤਾਂ ਕੋਈ ਨਹੀਂ ਸੀਗਾ, 17 ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਭਗਵੰਤ ਮਾਨ ਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਕਿ ਖਹਿਰਾ ਬਹੁਤ ਮਤਲਬ ਇਹਦੇ ਨਾਲ ਧੱਕਾ ਕੀਤਾ ਜਾ ਰਿਹਾ, ਬਦਲਾਖੋਰੀ। ਖਹਿਰਾ ਬੇਗੁਨਾਹ ਵਾ, ਮੈਂ ਪਾਰਲੀਮੈਂਟ ਵਿੱਚ ਕੇਸ ਚੱਕੂ। ਉਸੇ ਕੇਸ ਵਿੱਚ ਮੈਨੂੰ ਜਿਹੜਾ ਇਹਨਾਂ ਨੇ 2023 ਦੀ ਸਤੰਬਰ 28 ਨੂੰ ਜਿੱਦਣ FIR ਦਰਜ ਕਰਕੇ ਜੋਗਾ ਸਿੰਘ ਦਾ ਨਾਮ ਆਇਆ FIR ਵਿੱਚ, ਤੇ 10 ਸਾਲ ਦਾ ਭਗੌੜਾ ਕਿੱਥੋਂ ਹੋਗਾ ਜੀ? ਇਹਦਾ ਕੇਸ ਨੂੰ ਹਲੇ 2 ਸਾਲ ਹੋਏ ਨੇ। ਅਗਰ ਉਹ ਅਰੈਸਟ ਵੀ ਹੋ ਗਿਆ ਫਰਜ਼ ਕਰੋ, then he will ultimately face the rule of law। ਪਰ ਇੱਥੇ ਗੱਲ ਇੱਕ ਬੜੀ ਇੰਪੋਰਟੈਂਟ ਆਉਂਦੀ ਆ ਕਿ ਖਹਿਰੇ ਦੀ ਬਦਨਾਮੀ ਕਰਨ ਦਾ ਇਹਨਾਂ ਨੂੰ ਮੌਕਾ ਮਿਲ ਜੇ ਸਹੀ। ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਜਾਣ ਵਾਲਿਆਂ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਨੂੰ ਹੋਰ ਸਖਤ ਕੀਤਾ ਜਾ ਰਿਹਾ ਹੈ। ਸੋ ਹੁਣ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜਿਸ ਨਾਲ ਉਹਨਾਂ ਬੱਚਿਆਂ ਤੇ ਅਸਰ ਪਵੇਗਾ ਜੋ ਆਪਣੇ ਮਾਪਿਆਂ ਦੀਆਂ ਪਟੀਸ਼ਨਾਂ ਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਨੇ। ਅਮਰੀਕਾ ਵਿੱਚ ਬੱਚਿਆਂ ਲਈ ਗ੍ਰੀਨ ਕਾਰਡ ਦੇ ਨਿਯਮ ਬਦਲ ਦਿੱਤੇ ਗਏ ਨੇ। ਜੀ ਹਾਂ, ਅਤੇ ਇਸ ਦੇ ਪ੍ਰਭਾਵ ਦੁਰਗਾਮੀ ਹੋਣਗੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਉਹਨਾਂ ਬੱਚਿਆਂ ਤੇ ਅਸਰ ਪਵੇਗਾ ਜੋ ਆਪਣੇ ਮਾਪਿਆਂ ਦੀਆਂ ਪਟੀਸ਼ਨਾਂ ਤੇ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਨੇ। ਭਾਵੇਂ ਇਹ ਬਦਲਾਅ ਤਕਨੀਕੀ ਲੱਗ ਸਕਦਾ ਹੈ, ਪਰ ਇਸ ਦਾ ਪ੍ਰਭਾਵ ਬਹੁਤ ਹੀ ਨਿੱਜੀ ਹੈ। ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਨਵੇਂ ਨਿਯਮ ਵਿੱਚ ਕਿਹਾ ਗਿਆ ਹੈ ਕਿ ਹੁਣ ਅਰਜ਼ੀ ਦਾਇਰ ਕਰਨ ਦੀਆਂ ਤਾਰੀਖਾਂ ਦੀ ਬਜਾਏ ਬੱਚੇ ਦੀ ਉਮਰ ਦੀ ਗਣਨਾ ਕਰਨ ਦੇ ਲਈ ਅੰਤਿਮ ਕਾਰਵਾਈ ਮਿਤੀ ਦੀ ਵਰਤੋਂ ਕੀਤੀ ਜਾਏਗੀ। ਇਸ ਦਾ ਮਤਲਬ ਹੈ ਕਿ ਬੱਚਿਆਂ ਨੂੰ ਜਲਦੀ ਹੀ ਬਾਲਗ ਮੰਨਿਆ ਜਾਵੇਗਾ। ਨਵਾਂ ਨਿਯਮ 15 ਅਗਸਤ ਤੋਂ ਲਾਗੂ ਹੋ ਰਿਹਾ ਹੈ। ਸੋ ਅਮਰੀਕਾ ਦੇ ਮੌਜੂਦਾ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਨਿਯਮਾਂ ਤਹਿਤ ਪਰਿਵਾਰ ਪ੍ਰਯੋਜਿਤ ਰੁਜ਼ਗਾਰ ਆਧਾਰਿਤ ਜਾਂ ਫਿਰ ਵਿਭਿੰਨਤਾ ਵੀਜ਼ਾ ਲਈ ਆਪਣੇ ਮਾਪਿਆਂ ਦੀਆਂ ਪ੍ਰਵਾਨਿਤ ਪਟੀਸ਼ਨ ਦੇ ਆਧਾਰ ਤੇ ਅਮਰੀਕਾ ਵਿੱਚ ਵੈਧ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰਨ ਲਈ ਇੱਕ ਅਣਵਿਆਹੇ ਵਿਦੇਸ਼ੀ ਬੱਚੇ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਜੇਕਰ ਉਹ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ 21 ਸਾਲ ਦੇ ਹੋ ਜਾਂਦੇ ਨੇ ਤਾਂ ਉਹਨਾਂ ਦੀ ਉਮਰ ਖਤਮ ਹੋ ਜਾਂਦੀ ਹੈ ਅਤੇ ਉਹ ਆਮ ਤੌਰ ਤੇ ਮਾਪਿਆਂ ਦੀ ਪਟੀਸ਼ਨ ਦੇ ਆਧਾਰ ਤੇ ਇਮੀਗ੍ਰੇਸ਼ਨ ਲੈਣ ਦੇ ਯੋਗ ਨਹੀਂ ਰਹਿੰਦੇ। 15 ਅਗਸਤ ਤੋਂ USCIS ਵੀਜ਼ਾ ਬੁਲੇਟਿਨ ਵਿੱਚ ਅੰਤਿਮ ਕਾਰਵਾਈ ਮਿਤੀ ਦੇ ਆਧਾਰ ਤੇ ਬੱਚੇ ਦੀ ਉਮਰ ਨਿਰਧਾਰਤ ਕਰੇਗਾ। ਪਹਿਲਾਂ ਇਸ ਨੂੰ ਅਰਜ਼ੀ ਦੀ ਮਿਤੀ ਤੋਂ ਲਿਆ ਜਾਂਦਾ ਸੀ। ਇਸ ਬਦਲਾਅ ਦਾ ਮਤਲਬ ਹੈ ਕਿ ਬੱਚੇ ਦੇ 21ਵੇਂ ਜਨਮ ਦਿਨ ਦੀ ਉਲਟੀ ਗਿਣਤੀ ਅੰਤਿਮ ਕਾਰਵਾਈ ਤੱਕ ਗਿਣੀ ਜਾਏਗੀ, ਜੋ ਆਮ ਤੌਰ ਤੇ ਹੌਲੀ ਹੋਏਗੀ। ਸੋ ਇਹ ਬਦਲਾਅ ਸੰਭਾਵਿਤ ਤੌਰ ਤੇ ਵਧੇਰੇ ਨੌਜਵਾਨ ਬਿਨੇਕਾਰਾਂ ਨੂੰ ਉਹਨਾਂ ਦੀਆਂ ਅਰਜ਼ੀਆਂ ਤੇ ਕਾਰਵਾਈ ਕਰਨ ਤੋਂ ਪਹਿਲਾਂ ਅਯੋਗ ਕਰ ਦੇਵੇਗਾ। ਨਿਯਮਾਂ ਦੇ ਵਿੱਚ ਇਹ ਬਦਲਾਅ ਭਾਰਤ ਵਰਗੇ ਉੱਚ ਮੰਗ ਵਾਲੇ ਦੇਸ਼ਾਂ ਵਿੱਚ ਪਰਿਵਾਰਾਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ, ਜੋ ਪਹਿਲਾਂ ਹੀ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਲਈ ਅਰਜ਼ੀ ਦੇ ਰਹੇ ਨੇ। ਅਮਰੀਕੀ ਕਾਨੂੰਨ ਅਨੁਸਾਰ ਇੱਕ ਅਣਵਿਆਹੇ ਬੱਚੇ ਦੀ ਉਮਰ ਮਾਪਿਆਂ ਤੋਂ ਪ੍ਰਵਾਨਿਤ ਪਟੀਸ਼ਨ
राही ग्रीन कार्ड प्राप्त ਕਰਨ ਲਈ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਸੋ ਇਹ ਪਰਿਵਾਰ ਪ੍ਰਯੋਜਿਤ, ਰੁਜ਼ਗਾਰ ਆਧਾਰਿਤ ਅਤੇ ਵਿਭਿੰਨਤਾ ਵੀਜ਼ਾ ਦੇ ਸਾਰੇ ਹੀ ਤਰੀਕਿਆਂ ਲਈ ਇੱਕੋ ਜਿਹੀ ਹੈ। ਸੋ ਜੇਕਰ ਬੱਚਾ ਪ੍ਰਕਿਰਿਆ ਦੌਰਾਨ 21 ਸਾਲ ਦਾ ਹੋ ਜਾਂਦਾ ਹੈ ਤਾਂ ਉਹ ਆਮ ਤੌਰ ਤੇ ਯੋਗਤਾ ਗਵਾ ਦਿੰਦਾ ਹੈ ਅਤੇ ਉਸ ਨੂੰ ਇੱਕ ਵੱਖਰੀ ਅਰਜ਼ੀ ਸ਼ੁਰੂ ਕਰਨੀ ਪੈਂਦੀ ਹੈ। ਸੋ ਇਸ ਵਿੱਚ ਅਕਸਰ ਬਹੁਤ ਲੰਮੀ ਉਡੀਕ ਸ਼ਾਮਲ ਹੁੰਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਲਗਾਏ ਗਏ ਭਾਰੀ ਟੈਰਿਫਾਂ ਤੋਂ ਬਾਅਦ ਭਾਰਤ ਦੇ ਵੱਲੋਂ ਸਵਦੇਸ਼ੀ ਵਸਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੋ ਜਿਸ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਘਟਾਉਣ ਤੇ ਜ਼ੋਰ ਦਿੱਤਾ ਗਿਆ। ਸੋ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਸ ਮਾਮਲੇ ਤੇ ਬਿਆਨ ਸਾਹਮਣੇ ਆ ਚੁੱਕਿਆ ਹੈ। ਉਹਨਾਂ ਕਿਹਾ ਹੈ ਕਿ ਜੇ ਭਾਰਤ ਨੇ ਵਿਸ਼ਵ ਗੁਰੂ ਬਣਨਾ ਹੈ ਤਾਂ आयात ਨੂੰ ਘੱਟ ਕਰਨਾ ਤੇ निर्यात ਨੂੰ ਵੱਧ ਕਰਨਾ ਸਭ ਤੋਂ ਜ਼ਰੂਰੀ ਹੈ। तो मुझे लगता है दुनिया झुकती है, झुकाने वाला चाहिए, ये हमारे देश की इम्पोर्टेंट महत्वपूर्ण बात है। एक इम्पोर्टेंट चीज़ है कि हमारे देश में आज सबसे बड़ी राष्ट्रभक्ति आज के समय में ये हो सकती है कि हमारे इंपोर्ट को कम करना और एक्सपोर्ट को बढ़ाना। अगर विश्वगुरु भी बनना है तो यही जरूरी है और इसलिए हमारी जो रिसर्च ऑर्गेनाइजेशन है, IITs है, इंजीनियरिंग कॉलेजेस है, इनमें हमारे नेशन की रिक्वायरमेंट क्या है इस हिसाब से अगर रिसर्च होगा तो वो ज़्यादा उपयोगी होगा। बाकी भी रिसर्च महत्वपूर्ण है। जैसे हर डिस्ट्रिक्ट में, हर रीजन में, हर स्टेट में अलग अलग बातें हैं। अभी तो कचरा जहां बजाता है वहां भी अलग प्रकार का काम हो सकता है। अभी हमने दिल्ली में 4 माउंटेन है कचरे के, उसमें से एक की 7 मीटर हाइट कम हुई गाजीपुर करके। 80 लाख टन कचरा हमने रोड में यूज किया और वो कचरे को सेग्रीगेट करने वाला कोई तो साइंटिस्ट था और ये बहुत दिनों से कचरा पड़ा था। अगर हम स्वच्छ भारत का संकल्प करना चाहते हैं तो टेक्नोलॉजी का उपयोग करके कचरे में वैल्यू क्रिएट कर सकते हैं। तो ये हमारी गरज है, आवश्यकता है। 2 चीजें मैं कहूंगा क्योंकि जिस विचार परिवार में आप है इसमें इथिक्स, इकोनॉमी, इकोलॉजी एंड एनवायरनमेंट तीनों बातों का महत्व है। सुदर्शन जी ने अपने जीवन में, वो इंजीनियर थे और मैं जब उनके सानिध्य में था तो उन्होंने मुझे बार बार एक बात बताई। उनके मृत्यु के पूर्व में भोपाल मुझे बुलाया था उन्होंने और वो तब वो बोलते थे कि ये जो पेट्रोलियम फॉसिल फ्यूल है इसका इंपोर्ट जब तक समाप्त नहीं होगा तब तक वर्ल्ड का आतंकवाद समाप्त नहीं होगा। और बाद में कहते थे कि इसका अल्टरनेटिव फ्यूल और बायो फ्यूल के बारे में कहते थे कि ये सब्जेक्ट को तुम छोड़ो मत, इसको पकड़ के रखो। और मैं 2004 से इसको लगा था और अब इसको मैं अभी ब्राजील में गया था ब्रिक्स देशों के कॉन्फ्रेंस में, तो अब मुझे लगता है कि ये संभव है और इसका बहुत बड़ा सोशियो इकोनॉमिक इम्पैक्ट है। हमारा देश 22 लाख करोड़ रुपए खर्चा करता है फॉसिल फ्यूल को इंपोर्ट करने के लिए और हमारा देश ये पूरी तरह, हमारा किसान ये कर सकता है और इसका इम्पैक्ट इतना बड़ा है कि अभी कॉर्न से इथेनॉल हमने जब शुरू किया तो देश में कॉर्न की प्राइस 1200 रुपये क्विंटल थी और MSP 1800 रुपये क्विंटल थी। पर जब ये इथेनॉल शुरू हुआ काफी फूड वर्सेस फ्यूल वगैरह चर्चा हुई। वैसे हमारे पास अनाज की कोई कमी नहीं है, गोडाउन्स नहीं है रखने के लिए। सरप्लस ऑफ फूड ग्रेन इज ए प्रॉब्लम, ये हमारी समस्या है। तो अब जैसे इथेनॉल शुरू हुआ तो कॉर्न का भाव 2800 रुपये क्विंटल हुआ जो 1800 MSP थी। ਪੰਜਾਬ ਪੁਲਿਸ ਹੁਣ ਹੋਰ ਵੀ ਮਜ਼ਬੂਤ ਹੋ ਗਈ ਹੈ ਕਿਉਂਕਿ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਲਈ ਪੰਜਾਬ ਪੁਲਿਸ ਨੂੰ 3 ਐਂਟੀ ਡਰੋਨ ਸਿਸਟਮ ਸੌਂਪੇ ਨੇ। ਸੋ ਜਿਸ ਨਾਲ ਪੰਜਾਬ ਆਧੁਨਿਕ ਐਂਟੀ ਡਰੋਨ ਸਿਸਟਮ ਨਾਲ ਲੈਸ ਪਹਿਲਾ ਸੂਬਾ ਬਣ ਗਿਆ ਹੈ। ਇਸ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਰਨਤਾਰਨ ਵਿੱਚ ਕੀਤਾ ਗਿਆ। सीएम मान मुताबिक हुण जे कोई ड्रोन पाकिस्तान तो आउंदा है तां इस नूं तुरंत डेग दिता जाएगा। इस नाल पंजाब दे विच नशिਆਂ ਦੇ दाखल होण तो रोकिया जा सकेगा। ਅੱਜ 3 एंटी ड्रोन सिस्टम लाए गए ने, कुल 9 सिस्टम आर्डर ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 6 ਹੋਰ ਜਲਦੀ ਹੀ ਆ ਜਾਣਗੇ। ਜੇ ਲੋੜ ਪਈ ਤਾਂ ਹੋਰ ਖਰੀਦੇ ਜਾਣਗੇ। ਸੋ ਪੰਜਾਬ ਅੱਜ ਦੇਸ਼ ਦਾ ਇਕਲੌਤਾ ਸੂਬਾ ਹੈ ਜਿਸ ਕੋਲ ਆਪਣਾ ਐਂਟੀ ड्रोन सिस्टम ਹੈ। ਸੋ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਅੱਗ ਵਿੱਚ ਸੁੱਟ ਦਿੱਤਾ ਸੀ ਪਰ ਅੱਜ ਦਾ ਪੰਜਾਬ ਇਸ ਨੂੰ ਲੜ ਰਿਹਾ ਹੈ ਅਤੇ ਅਸੀਂ ਇਹ ਲੜਾਈ ਜਿੱਤਾਂਗੇ। ਪੰਜਾਬ ਪੁਲਿਸ ਨੂੰ ਮੈਂ DGP ਸਾਹਿਬ ਖੜੇ ਨੇ, ਚੀਫ ਸੈਕਟਰੀ ਸਾਹਿਬ ਖੜੇ ਨੇ, ਸਾਰੀ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੇ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨੇ ਉਹਨਾਂ ਨਾਲ
ਟਾਕਰਾ ਹੁੰਦਾ ਉਹਨਾਂ ਦਾ। ਅੱਜ ਇਹਨਾਂ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸਹੁੰ ਚੁੱਕੀ ਹੋਈ ਹੈ, ਅਸੀਂ ਉਹਨੂੰ ਅੱਗੇ ਵਧਾਵਾਂਗੇ। ਤੇ ਅਸੀਂ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਚੱਲ ਰਿਹਾ ਕੰਮ, ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਂਗੇ। ਬਦਕਿਸਮਤੀ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ, ਕੋਈ ਲਗਭਗ 1000 ਬੱਚਾ ਸੀਗਾ ਜਿਹੜਾ ਐਡਿਕਟਡ ਸੀ 2009 ਤੱਕ। ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 20 ਲੱਖ ਦੇ ਨੇੜੇ ਤੇੜੇ ਉਹਨਾਂ ਦੀ ਗਿਣਤੀ ਹੋ ਗਈ। ਇਹ ਕਿਹਨੇ ਕੀਤੀ ਜੀ? ਕੌਣ ਸੀ ਉਦੋਂ ਰਾਜ ਦੇ ਵਿੱਚ? ਜਦੋਂ ਮੰਤਰੀ ਆਪਦੀਆਂ ਗੱਡੀਆਂ ਦੇ ਵਿੱਚ ਚਿੱਟਾ ਲੈ ਕੇ ਜਾਣਗੇ, ਜਦੋਂ ਇੰਟਰਨੈਸ਼ਨਲ ਸਮਗਲਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪਦੇ ਘਰੇ ਰੱਖਣਗੇ, ਫਿਰ ਮਾਲੀ ਜੇ ਬੇਈਮਾਨ ਹੋ ਜੇ, ਫਿਰ ਬਾਗ ਨੂੰ ਕੌਣ ਬਚਾ ਸਕਦਾ ਜੀ? ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਹਨੇ ਪੰਜਾਬ ਦੀ ਜਵਾਨੀ ਨਾਲ ਕੋਈ ਧੋਖਾ ਕੀਤਾ, ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ, ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬੁਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ, ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜ਼ਬਤ ਕਰੂਗੀ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਹਾਈਟੈਕ ਐਂਟੀ ਡਰੋਨ ਸਿਸਟਮ ਖਰੀਦੇ ਨੇ। ਇਹ ਸਿਸਟਮ ਸਰਹੱਦ ਪਾਰੋਂ ਡਰੋਨਸ ਰਾਹੀਂ ਤਸਕਰੀ ਨੂੰ ਰੋਕਣ ਵਿੱਚ ਗੇਮ ਚੇਂਜਰ ਸਾਬਤ ਹੋਣਗੇ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਸਿਰਫ ਡਰੋਨ ਅਤੇ ਇਸ ਦੇ ਕੰਟਰੋਲ ਸਟੇਸ਼ਨ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਨੇ, ਸਗੋਂ ਅਸਲ ਸਮੇਂ ਦੇ ਨਕਸ਼ੇ ਤੇ ਖਤਰੇ ਦੀਆਂ ਅਲਰਟ ਅਤੇ ਆਟੋਮੈਟਿਕ ਚੇਤਾਵਨੀਆਂ ਵੀ ਜਾਰੀ ਕਰ ਸਕਦੇ ਨੇ। ਦੱਖਣ ਪੂਰਬੀ ਦਿੱਲੀ ਦੇ ਜੈਤਪੁਰਾ ਥਾਣਾ ਖੇਤਰ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਲਗਭਗ 100 ਫੁੱਟ ਲੰਮੀ ਕੰਧ ਅਚਾਨਕ ਹੀ ਨੇੜਲੀਆਂ ਕਈ ਝੁੱਗੀ ਝੋਪੜੀਆਂ ਤੇ ਚੜ੍ਹ ਗਈ। ਸੋ ਇਸ ਹਾਦਸੇ ਵਿੱਚ ਕੰਧ ਦੇ ਮਲਬੇ ਹੇਠ ਦੱਬਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਦਿੱਲੀ ਦੇ ਦੱਖਣ ਪੂਰਬੀ ਜ਼ਿਲ੍ਹੇ ਦੇ ਜੈਤਪੁਰ ਇਲਾਕੇ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਸਵੇਰੇ 9:30 ਵਜੇ ਹਰੀਨਗਰ ਪਿੰਡ ਦੇ ਪਿੱਛੇ ਸਥਿਤ ਝੁੱਗੀ ਝੋਪੜੀਆਂ ਤੇ ਅਚਾਨਕ ਇੱਕ ਪੁਰਾਣੇ ਮਕਬਰੇ ਦੀ ਕੰਧ ਡਿੱਗ ਗਈ। ਇਸ 100 ਫੁੱਟੀ ਲੰਬੀ ਕੰਧ ਦੀ ਲਪੇਟ ਵਿੱਚ ਕਈ ਝੁੱਗੀਆਂ ਆ ਗਈਆਂ, ਜਿਸ ਕਾਰਨ ਹਫੜਾ ਦਫੜੀ ਮਚ ਗਈ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। 8 ਲੋਕਾਂ ਨੂੰ ਮਲਬੇ ਵਿੱਚੋਂ ਕੱਢ ਕੇ ਏਮਸ ਡਰਾਮਾ ਸੈਂਟਰ ਅਤੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ 3 ਆਦਮੀ, 2 ਔਰਤਾਂ ਤੇ 2 ਮਾਸੂਮ ਕੁੜੀਆਂ ਸ਼ਾਮਲ ਨੇ। ਸੋ ਇਸ ਘਟਨਾ ਨੇ ਕਈ ਪਰਿਵਾਰਾਂ ਨੂੰ ਹਮੇਸ਼ਾ ਲਈ ਤੋੜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਰੂਬੀਨਾ 25 ਸਾਲ, ਡੋਲੀ 25 ਸਾਲ, ਰੁਕਸਾਨਾ 6 ਸਾਲ, ਹਸੀਨਾ 7 ਸਾਲ ਅਤੇ 3 ਹੋਰ ਵਜੋਂ ਹੋਈ ਹੈ। ਸੋ ਇੱਕ ਜ਼ਖਮੀ ਵਿਅਕਤੀ ਹਿਜ਼ਬੁਲ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ये समाधि असर की दीवार है, दीवार के बगल में अपनी जुगियां हैं, जुगियां पे ही दीवार पलट गई है और दीवार पलटने से करीब 8-9 लोग उसमें क्या नाम फंस गए थे और उनको निकाला गया और उसमें से उनकी हालत सीरियस है और सफदरजंग हॉस्पिटल में उन्हें दाखिल किया गया है। तो उसमें से मतलब हमें लगता है कि 8 लोगों की हालत बहुत सीरियस थी और काफी लोगों को निकाल करके सफदरजंग हॉस्पिटल पहुंचा दिया गया है। बच्चे और 2 बच्चे हैं, एक लेडीज है और बाकी जेंट्स हैं। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ NDRF ਦੀ ਟੀਮ 5 ਤੋਂ 7 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚ ਗਈ। JCB ਮਸ਼ੀਨ ਦੀ ਸਹਾਇਤਾ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। DCP ਹਿੰਮਤ ਤਿਵਾੜੀ ਨੇ ਕਿਹਾ ਕਿ ਜਾਨਾਂ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਸੋ ਸਮਾਧੀ ਸਥਲ ਤੇ ਬਣੀ ਇਹ ਕੰਧ ਕਿੰਨਾ ਹਾਲਾਤਾਂ ਵਿੱਚ ਢਹਿ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸਵਰਨ ਬਗੜੀਆ, DDMA ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ। ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਝੁੱਗੀਆਂ ਝੋਪੜੀਆਂ ਦੇ ਵਿਚਕਾਰ ਗੈਰ ਕਾਨੂੰਨੀ ਉਸਾਰੀ ਅਤੇ ਅਸੁਰੱਖਿਅਤ ਢਾਂਚੇ ਕਿੰਨੀ ਵੱਡੀ ਤਰਾਸਦੀ ਬਣ ਸਕਦੇ ਨੇ। ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਕੁਈਨਜ਼ ਸਪੋਰਟਸ ਕਲੱਬ ਵਿਖੇ ਜ਼ਿੰਬਾਬਵੇ ਨੂੰ ਇੱਕ ਪਾਰੀ ਅਤੇ 359 ਦੌੜਾਂ ਨਾਲ ਹਰਾ ਕੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਟੈਸਟ ਸੀਰੀਜ਼ ਜਿੱਤ ਦਰਜ ਕੀਤੀ ਹੈ ਅਤੇ ਸੀਰੀਜ਼ ਦਾ 2-0 ਨਾਲ ਕਲੀਨ ਸਵੀਪ ਪੂਰਾ ਕਰ ਲਿੱਤਾ ਹੈ। ਸੋ ਇਹ ਵੱਡੀ ਹਾਰ ਟੈਸਟ ਕ੍ਰਿਕਟ ਵਿੱਚ ਜ਼ਿੰਬਾਬਵੇ ਦੀ ਸਭ ਤੋਂ ਵੱਡੀ ਹਾਰ ਵੀ ਹੈ। ਨਿਊਜ਼ੀਲੈਂਡ ਨੇ ਇੱਥੇ ਦੂਸਰੇ ਟੈਸਟ ਮੈਚ ਵਿੱਚ ਜ਼ਿੰਬਾਬਵੇ ਨੂੰ ਇੱਕ ਪਾਰੀ ਅਤੇ 359 ਦੌੜਾਂ ਨਾਲ ਹਰਾ ਕੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਟੈਸਟ ਜਿੱਤ ਦਰਜ ਕੀਤੀ ਹੈ ਅਤੇ ਲੜੀ 2-0 ਨਾਲ ਆਪਣੇ ਨਾਮ ਕਰ ਲਈ ਹੈ। 476 ਦੌੜਾਂ ਨਾਲ ਪਿੱਛੇ ਰਹਿੰਦਿਆਂ ਜ਼ਿੰਬਾਬਵੇ ਦੀ ਟੀਮ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਤੀਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਦੂਸਰੀ ਪਾਰੀ ਵਿੱਚ 117 ਦੌੜਾਂ ਤੇ ਢੇਰ ਹੋ ਗਈ।
ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ 3 ਵਿਕਟਾਂ ਤੇ 601 ਦੌੜਾਂ ਤੇ ਐਲਾਨੀ ਅਤੇ ਜ਼ਿੰਬਾਬਵੇ ਨੇ ਆਪਣੀ ਪਹਿਲੀ ਪਾਰੀ ਵਿੱਚ 125 ਦੌੜਾਂ ਬਣਾਈਆਂ। ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਜੈਕਰੀ ਫੋਲਕਸ ਨੇ ਪਹਿਲੀ ਪਾਰੀ ਵਿੱਚ 4 ਵਿਕਟਾਂ ਲਈਆਂ ਅਤੇ ਫਿਰ ਦੂਸਰੀ ਪਾਰੀ ਵਿੱਚ 37 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਆਪਣੇ ਯਾਦਗਾਰੀ ਡੈਬਿਊ ਟੈਸਟ ਵਿੱਚ 10 ਵਿਕਟਾਂ ਲੈਣ ਲਈ 1 ਵਿਕਟ ਤੋਂ ਪਿੱਛੇ ਰਹਿ ਗਏ। ਸੋ ਤੇਜ਼ ਗੇਂਦਬਾਜ਼ ਮੈਟ ਹੈਨਰੀ 16 ਦੌੜਾਂ ਦੇ ਕੇ 2 ਵਿਕਟਾਂ, ਜੈਕਬ ਡਫੀ 28 ਦੌੜਾਂ ਦੇ ਕੇ 2 ਵਿਕਟਾਂ ਅਤੇ ਮੈਥਿਊ ਫਿਸ਼ਰ 22 ਦੌੜਾਂ ਦੇ ਕੇ 1 ਵਿਕਟ ਨੇ ਜ਼ਿੰਬਾਬਵੇ ਨੂੰ 28.1 ਓਵਰਾਂ ਵਿੱਚ ਲੜੀ ਦੇ ਆਪਣੇ ਸਭ ਤੋਂ ਘੱਟ ਸਕੋਰ ਤੇ ਆਊਟ ਕਰ ਦਿੱਤਾ। ਜ਼ਿੰਬਾਬਵੇ ਲਈ ਸਿਰਫ 2 ਬੱਲੇਬਾਜ਼ ਹੀ ਦੋਹਰੇ ਸੈਂਕੜੇ ਤੱਕ ਪਹੁੰਚ ਸਕੇ। ਸੋ ਤੀਸਰੇ ਨੰਬਰ ਦੇ ਬੱਲੇਬਾਜ਼ ਨਿਕ ਵੈਲਸ਼ 71 ਦੌੜਾਂ ਤੇ 47 ਦੌੜਾਂ ਬਣਾ ਕੇ ਨਾਬਾਦ ਰਹੇ। ਕਪਤਾਨ ਕ੍ਰੈਗ ਇਰਵਿਨ ਦੋਹਰੇ ਅੰਕੜੇ ਤੱਕ ਪਹੁੰਚਣ ਵਾਲੇ ਦੂਸਰੇ ਬੱਲੇਬਾਜ਼ ਸਨ। ਸੋ ਨਿਊਜ਼ੀਲੈਂਡ ਨੇ ਦੂਸਰੇ ਦਿਨ ਦੇ ਅੰਤ ਤੱਕ 3 ਵਿਕਟਾਂ ਤੇ 601 ਦੌੜਾਂ ਦੇ ਕੇ ਵਿਸ਼ਾਲ ਸਕੋਰ ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ, ਜਿਸ ਵਿੱਚ ਰਚਿਨ ਰਵਿੰਦਰ ਨਾਬਾਦ 165 ਅਤੇ ਹੈਨਰੀ ਨਿਕੋਲਸ ਨਾਬਾਦ 150 ਚੌਥੀ ਵਿਕਟ ਲਈ 256 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕੀਤੀ। ਕੀਵੀ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੇ ਵੀ ਸੈਂਕੜਾ ਲਗਾਇਆ। ਉਸਨੇ 18 ਚੌਕਿਆਂ ਦੀ ਸਹਾਇਤਾ ਨਾਲ 153 ਦੌੜਾਂ ਬਣਾਈਆਂ। ਸੋ ਨਿਊਜ਼ੀਲੈਂਡ ਨੇ ਪਿਛਲੇ ਹਫਤੇ ਇਸੇ ਮੈਦਾਨ ਤੇ ਪਹਿਲਾ ਟੈਸਟ 3 ਦਿਨਾਂ ਦੇ ਅੰਦਰ 9 ਵਿਕਟਾਂ ਨਾਲ ਜਿੱਤਿਆ ਸੀ। ਸੋ ਦੱਸ ਦਈਏ ਕਿ ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ। ਸੋ ਇਸ ਦਿਨ ਪੰਜਾਬ ਨਿਊਜ਼ ਦੀਆਂ ਅਹਿਮ ਖਬਰਾਂ ਇਸ ਦੇ ਨਾਲ ਤੁਸੀਂ ਮੈਨੂੰ ਆ ਗਿਆ। ਧੰਨਵਾਦ।